प्यारे विद्यार्थियों, मैं प्रोफैसर दलविंदरपाल सिंह आप सब दा MA भाग दूजा ਸਮੈਸਟਰ ਤੀਜਾ ਪਰਚਾ 11ਵਾਂ ਆਪਸ਼ਨ ਪਹਿਲੀ ਆਧੁਨਿਕ ਪੰਜਾਬੀ ਕਵਿਤਾ ਦੇ ਲੈਕਚਰ ਵਿੱਚ ਸਵਾਗਤ ਕਰਦਾ ਹਾਂ। ਇਸ ਤੋਂ ਪਹਿਲੇ ਲੈਕਚਰ ਵਿੱਚ ਅਸੀਂ ਆਧੁਨਿਕਤਾ ਦੇ ਸੰਕਲਪ ਸੰਬੰਧੀ ਵਿਚਾਰ ਕੀਤੀ। ਹੁਣ ਅਸੀਂ ਆਧੁਨਿਕ ਪੰਜਾਬੀ ਕਵਿਤਾ ਦੇ ਇਤਿਹਾਸ 'ਤੇ ਵਿਚਾਰ ਚਰਚਾ ਕਰਾਂਗੇ। ਪੰਜਾਬੀ ਕਾਵਿ ਦੇ ਪ੍ਰਸੰਗ ਵਿੱਚ ਜੇਕਰ ਆਧੁਨਿਕਤਾ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਇਹ ਪ੍ਰਵਿਰਤੀ ਪੱਛਮ ਦੇ ਮੁਕਾਬਲੇ ਸਰਲਤਾ ਦੀ ਧਾਰਨੀ ਹੈ। ਭਾਵ ਪੱਛਮ ਵਿੱਚ ਆਧੁਨਿਕਤਾ ਨੂੰ ਸਾਹਿਤ ਵਿੱਚ ਜਿਸ ਤਰ੍ਹਾਂ ਪੇਸ਼ ਕੀਤਾ ਗਿਆ ਹੈ, ਇੰਨੀ ਕਠੋਰਤਾ ਅਤੇ ਸਖਤੀ ਨਾਲ ਅਸੀਂ ਆਪਣੇ ਸਾਹਿਤ ਵਿੱਚ ਆਧੁਨਿਕਤਾ ਦੇ ਸੰਕਲਪ ਨੂੰ ਪੇਸ਼ ਨਹੀਂ ਕਰ ਸਕੇ। ਸਥਾਪਿਤ ਸੱਭਿਆਚਾਰ ਅਤੇ ਧਰਮ ਨੂੰ ਮੂਲੋਂ ਹੀ ਉਖਾੜ ਸੁੱਟਣਾ ਆਧੁਨਿਕ ਪੰਜਾਬੀ ਕਵਿਤਾ ਵਿੱਚ ਬਹੁਤ ਘੱਟ ਪ੍ਰਚਲਿਤ ਰਿਹਾ ਹੈ। ਭਾਵ ਧਰਮ ਅਤੇ ਸੱਭਿਆਚਾਰ ਦੇ ਮੂਲ ਰੂਪ ਵਿੱਚ ਵਿਰੋਧੀ ਹੋਣਾ ਆਧੁਨਿਕ ਪੰਜਾਬੀ ਕਵਿਤਾ ਦੇ ਹਿੱਸੇ ਨਹੀਂ ਆਇਆ। ਇੰਨਾ ਹੌਸਲਾ ਸਾਡੇ ਕਵੀਆਂ ਨੇ ਬਹੁਤ ਘੱਟ ਹੀ ਕੀਤਾ ਹੈ, ਜਦੋਂ ਕਿ ਪੱਛਮ ਵਿੱਚ ਇਸ ਆਧੁਨਿਕ ਸੰਕਲਪ ਨੂੰ ਕਵੀਆਂ ਨੇ ਬੜੇ ਹੀ ਕਠੋਰ ਅਤੇ ਸਖਤ ਤਰੀਕੇ ਨਾਲ ਲਾਗੂ ਕੀਤਾ ਅਤੇ ਆਪਣੇ ਧਰਮ ਅਤੇ ਸੱਭਿਆਚਾਰ ਜਿਸ ਵਿੱਚ ਕੁਰੀਤੀਆਂ ਸਨ ਜਾਂ ਨਵਿਆਉਣ ਦੀ ਜਾਂ ਰੂੜੀਵਾਦੀ ਭਾਵਨਾ ਨੂੰ ਮੂਲੋਂ ਹੀ ਤੋੜ ਸੁੱਟਿਆ। ਪੰਜਾਬੀ ਕਾਵਿ ਵਿੱਚ ਆਧੁਨਿਕਤਾ ਦਾ ਸੰਕਲਪ ਅਵਿਵਸਥਾ ਦੀ ਚੇਤਨਾ, ਅਰਾਜਕਤਾ ਅਤੇ ਸੰਤਾਪ ਦੀ ਭਾਵਨਾ ਪੈਦਾ ਕਰਨ ਦੇ ਰੂਪ ਵਿੱਚ ਹੀ ਉਜਾਗਰ ਹੋਇਆ ਹੈ। ਭਾਵ ਇਹ ਆਧੁਨਿਕਤਾ ਜਿਹੜੀ ਪੰਜਾਬੀ ਕਵਿਤਾ 'ਚ ਪਾਈ ਜਾਂਦੀ ਹੈ, ਇਹ ਸਾਡੀ ਅਵਿਵਸਥਾ ਅਤੇ ਅਰਾਜਕਤਾ ਦੇ ਸਿੱਟੇ ਵਜੋਂ ਜੋ ਸੰਤਾਪ ਭੋਗਿਆ ਮਨੁੱਖ ਨੇ, ਉਸ ਸੰਤਾਪ ਨੂੰ ਹੀ ਪੇਸ਼ ਕੀਤਾ ਗਿਆ ਇਸ ਵਿੱਚ ਅਤੇ ਮਨੁੱਖ ਦੀ ਅੰਤਰਮਨ ਨੂੰ ਖੋਲ੍ਹ ਕੇ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਵਿੱਚ ਕ੍ਰਾਂਤੀਕਾਰੀ ਭਾਵਨਾ ਵੀ ਆ ਜਾਂਦੀ ਹੈ ਅਤੇ ਮਨੋਵਿਗਿਆਨਕ ਭਾਵਨਾ, ਮਨੋਵਿਗਿਆਨਕ ਵਿਚਾਰਧਾਰਾ ਅਤੇ ਕ੍ਰਾਂਤੀਕਾਰੀ ਵਿਚਾਰਧਾਰਾ ਵੀ ਆ ਜਾਂਦੀ ਹੈ। ਇਸ ਪ੍ਰਸੰਗ ਵਿੱਚ ਡਾਕਟਰ ਸਤਿੰਦਰ ਸਿੰਘ ਦਾ ਮੱਤ ਉਲੇਖਯੋਗ ਹੈ। ਉਸ ਅਨੁਸਾਰ ਪੰਜਾਬ ਦੀ ਆਧੁਨਿਕਤਾਵਾਦੀ ਕਵਿਤਾ ਪਰੰਪਰਾਗਤ ਸਮਾਜ ਦੇ ਬੋਝ ਤੋਂ ਮੁਕਤ ਨਹੀਂ। ਇਸ ਵਿੱਚ ਭਾਵੇਂ ਪਰੰਪਰਾਗਤ ਮਿੱਥ ਵਿਸ਼ਵਾਸ ਛੱਡੇ ਜਾ ਚੁੱਕੇ ਹਨ, ਨਵੇਂ ਵਿਚਾਰਾਂ ਦੀ ਸਿਰਜਣਾ ਦਿਖਾਈ ਦਿੰਦੀ ਹੈ, ਪਰ ਪਰੰਪਰਾਗਤ ਸੰਸਕਾਰ ਅਜੇ ਵੀ ਮੌਜੂਦ ਹਨ। ਇਸ ਸੰਬੰਧੀ ਅਸੀਂ ਉੱਪਰ ਵੀ ਗੱਲ ਕਰ ਚੁੱਕੇ ਹਾਂ। ਆਧੁਨਿਕ ਕਵੀ ਆਧੁਨਿਕ ਹੋਣ ਦੀ ਹਾਮੀ ਤਾਂ ਭਰਦੇ ਆ, ਆਪਣੇ ਆਪ ਨੂੰ ਆਧੁਨਿਕ ਵਿਚਾਰਧਾਰਾ ਨਾਲ ਜੋੜ ਦਿੱਤਾ ਹੈ, ਪਰੰਤੂ ਕਿਤੇ ਨਾ ਕਿਤੇ ਉਹਨਾਂ ਦੀ ਕਵਿਤਾ ਵਿੱਚ, ਉਹਨਾਂ ਦੀ ਵਿਚਾਰਧਾਰਾ ਵਿੱਚ ਪਰੰਪਰਾਗਤ ਸੋਚ ਅਜੇ ਚੱਲ ਰਹੀ ਹੈ। ਹਾਂ, ਉਹਨਾਂ ਦੀ ਵਰਤਮਾਨ ਯੁੱਗ ਵਿੱਚ ਸਾਰਥਕਤਾ ਬਾਰੇ ਜ਼ਰੂਰ ਤਲਾਸ਼ ਹੋ ਰਹੀ ਹੈ। ਇਸ ਕਾਰਨ ਆਧੁਨਿਕ ਪੰਜਾਬੀ ਕਾਵਿ ਵਿੱਚ ਪਰੰਪਰਾ ਅਤੇ ਆਧੁਨਿਕਤਾ ਦੇ ਦਰਮਿਆਨ ਵੱਡੀ ਕਸ਼ਮਕਸ਼ ਦਿਖਾਈ ਦਿੰਦੀ ਹੈ। ਆਧੁਨਿਕ ਪੰਜਾਬੀ ਕਵਿਤਾ ਦੀ ਇਤਿਹਾਸਕ ਪੱਖੋਂ ਅਗਰ ਚਰਚਾ ਕੀਤੀ ਜਾਵੇ, ਇਸ ਦੇ ਹੁਣ ਤੱਕ ਦੇ ਇਤਿਹਾਸ ਨੂੰ 4 ਭਾਗਾਂ ਵਿੱਚ ਜਾਂ 4 ਦੌਰਾਂ ਵਿੱਚ ਵੰਡਿਆ ਜਾ ਸਕਦਾ ਹੈ। ਹਾਂ ਵਿਦਿਆਰਥੀਓ, ਆਧੁਨਿਕ ਪੰਜਾਬੀ ਕਵਿਤਾ ਦੇ ਇਤਿਹਾਸ ਸੰਬੰਧੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇਸ ਨੂੰ 4 ਦੌਰਾਂ ਵਿੱਚ ਵੰਡ ਕੇ ਆਪਾਂ ਗੱਲ ਕਰਾਂਗੇ। ਪਹਿਲਾਂ ਆਪਾਂ ਕਰਾਂਗੇ ਪਹਿਲੇ ਦੌਰ ਸੰਬੰਧੀ ਗੱਲ। ਇਸ ਲੈਕਚਰ ਵਿੱਚ ਆਪਾਂ ਕੇਵਲ ਪਹਿਲੇ ਦੌਰ ਸੰਬੰਧੀ ਹੀ ਗੱਲਬਾਤ ਕਰਾਂਗੇ। ਆਧੁਨਿਕ ਪੰਜਾਬੀ ਸਾਹਿਤ ਦੇ ਵਿਕਾਸ ਬਾਰੇ ਚਰਚਾ ਕਰਦਾ ਹੋਇਆ ਪ੍ਰੋਫੈਸਰ ਹਰਬੰਸ ਸਿੰਘ ਲਿਖਦਾ ਹੈ ਕਿ ਪਰੰਪਰਾਗਤ ਸ਼ੈਲੀ ਤਿਆਗ ਕਰਨ ਵਾਲਾ ਪਹਿਲਾ ਸਾਹਿਤਕ ਰੂਪ ਕਵਿਤਾ ਸੀ। ਭਾਈ ਵੀਰ ਸਿੰਘ ਦੀ ਮੌਲਿਕ ਪ੍ਰਤਿਭਾ ਦਾ ਹੀ ਚਮਤਕਾਰ ਸੀ, ਜਿਸ ਨੇ ਨਵੀਆਂ ਪ੍ਰਵਿਰਤੀਆਂ ਅਤੇ ਵਿਧੀਆਂ ਨੂੰ ਪੰਜਾਬੀ ਕਵਿਤਾ ਵਿੱਚ ਪ੍ਰਚਲਿਤ ਕੀਤਾ। ਹਾਂ, ਆਪਾਂ ਭਾਈ ਵੀਰ ਸਿੰਘ ਸੰਬੰਧੀ ਜੇਕਰ ਗੱਲ ਕਰਦੇ ਹਾਂ ਵਿਦਿਆਰਥੀਓ, ਤਾਂ ਭਾਈ ਵੀਰ ਸਿੰਘ ਦਾ ਕਾਵਿ ਰੂਪ ਤਾਂ ਆਧੁਨਿਕ ਆ ਗਿਆ ਸੀ, ਪਰੰਤੂ ਇਸ ਦੀ ਕਵਿਤਾ ਦਾ ਵਿਸ਼ਾ ਰੂਪ ਜਿਹੜਾ ਹੈ ਨਾ, ਉਸ ਵਿੱਚ ਮੱਧਕਾਲੀ ਸੋਚ ਕਿਤੇ ਨਾ ਕਿਤੇ ਸ਼ਾਮਿਲ ਸੀ। ਭਾਈ ਵੀਰ ਸਿੰਘ ਦੀ ਕਵਿਤਾ ਵਿੱਚ ਪ੍ਰਾਚੀਨ ਰਹੱਸਮਈ ਸੁਰਤਾਂ ਵਿਦਵਾਨ ਸੀ, ਪਰ ਆਪ ਨੇ
ਉਸ ਦਾ ਜੋ ਵੀ ਵਚਨ ਪ੍ਰਸਤੁਤ ਕੀਤਾ ਉਸ ਵਿੱਚ ਸਜੀਵਤਾ ਵੀ ਸੀ ਅਤੇ ਮੌਲਿਕਤਾ ਵੀ। ਇਸ ਤਰ੍ਹਾਂ ਆਧੁਨਿਕ ਪੰਜਾਬੀ ਕਾਵਿ ਦੀ ਉਤਪਤੀ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਦੁਆਰਾ ਹੁੰਦੀ ਹੈ। ਉਸ ਤੋਂ ਪਿੱਛੋਂ ਆਉਣ ਵਾਲੇ ਕਵੀਆਂ ਨੇ ਭਾਈ ਸਾਹਿਬ ਦੀ ਪਰੰਪਰਾ ਉੱਪਰ ਚੱਲਦਿਆਂ ਅਤੇ ਉਸ ਨੂੰ ਵਿਸਤਾਰ ਦੇ ਕੇ ਆਪਣੀ ਵੱਖਰੀ ਸ਼ਨਾਖਤ ਕੀਤੀ। ਇਸ ਤਰ੍ਹਾਂ ਭਾਈ ਵੀਰ ਸਿੰਘ ਨੇ ਜਿਹੜੀ ਆਪਣੀ ਕਵਿਤਾ ਆ ਉਹਨੂੰ ਆਧੁਨਿਕ ਪ੍ਰਸੰਗ ਵਿੱਚ ਪੇਸ਼ ਕਰਨ ਦਾ ਯਤਨ ਕੀਤਾ, ਕਿਉਂਕਿ ਉਹ ਸਮਾਂ ਇਹੋ ਜਿਹਾ ਸੀ ਜਦੋਂ ਮੱਧਕਾਲੀ ਸੋਚ ਅਤੇ ਵਿਚਾਰਧਾਰਾ ਨੂੰ ਮੂਲੋਂ ਹੀ ਛੱਡ ਦੇਣਾ ਅਸੰਭਵ ਸੀ। ਦੂਜੇ ਪਾਸੇ ਭਾਈ ਵੀਰ ਸਿੰਘ ਧਰਮ ਨਾਲ ਜੁੜੇ ਹੋਏ ਸੀ, ਸਿੱਖ ਧਰਮ ਨਾਲ ਜੁੜੇ ਹੋਏ ਸੀ। ਇਸ ਲਈ ਉਹਨਾਂ ਨੇ ਉਸ ਸਮੇਂ ਅਨੁਸਾਰ ਆਪਣੇ ਆਪ ਨੂੰ ਆਧੁਨਿਕ ਰੱਖ ਕੇ ਕਵਿਤਾ ਲਿਖੀ। ਭਾਈ ਵੀਰ ਸਿੰਘ ਨੇ ਸਾਹਿਤਕ ਅਤੇ ਸੱਭਿਆਚਾਰਕ ਰੁਚੀਆਂ ਰੱਖਣ ਵਾਲੇ ਅੰਮ੍ਰਿਤਸਰ ਦੇ ਇੱਕ ਪਰਿਵਾਰ ਵਿੱਚ ਡਾਕਟਰ ਚਰਨ ਸਿੰਘ ਦੇ ਘਰ ਜਨਮ ਲਿਆ। ਭਾਈ ਵੀਰ ਸਿੰਘ ਜੋ 1872 ਤੋਂ 1957 ਤੱਕ ਰਹੇ ਦਾ ਜਨਮ ਡਾਕਟਰ ਚਰਨ ਸਿੰਘ ਦੇ ਘਰ ਹੋਇਆ, ਕਿਉਂਕਿ ਉਹਨਾਂ ਨੂੰ ਇੱਕ ਪਰਿਵਾਰਕ ਮਾਹੌਲ ਹੀ ਐਸਾ ਮਿਲਿਆ ਜਿੱਥੇ ਧਾਰਮਿਕ ਰੁਚੀਆਂ ਸਨ, ਧਰਮ ਨਾਲ ਜੁੜੇ ਹੋਏ ਸਨ, ਸੱਭਿਆਚਾਰਕ ਪ੍ਰਵਿਰਤੀਆਂ ਭਾਰੂ ਸਨ। ਸੋ ਉਹਨਾਂ ਦੀ ਲਿਖਤ ਵਿੱਚ ਉਹਨਾਂ ਦੀ ਵਿਚਾਰਧਾਰਾ ਉੱਤੇ ਇਸ ਦਾ ਅਸਰ ਸਾਨੂੰ ਭਰਪੂਰ ਰੂਪ ਵਿੱਚ ਵੇਖਣ ਨੂੰ ਮਿਲਦਾ ਹੈ। ਭਾਈ ਸਾਹਿਬ ਨੂੰ ਆਪਣੇ ਪਰਿਵਾਰ ਵਿੱਚੋਂ ਹੀ ਸੰਸਕਾਰਾਂ ਅਤੇ ਸਿੱਖਿਆ ਦੇ ਰੂਪ ਵਿੱਚ ਵੱਖ-ਵੱਖ ਭਾਸ਼ਾਵਾਂ ਦਾ ਗਿਆਨ, ਗੁਰਬਾਣੀ ਦੀ ਸੋਝੀ ਅਤੇ ਸਾਹਿਤ ਸਿਰਜਣਾ ਦੀ ਲਗਨ ਪ੍ਰਾਪਤ ਹੋਈ। 1892 ਈਸਵੀ ਵਿੱਚ ਆਪਣੇ ਭਰਾ ਸਰਦਾਰ ਵਜ਼ੀਰ ਸਿੰਘ ਨਾਲ ਮਿਲ ਕੇ ਅੰਮ੍ਰਿਤਸਰ ਵਿੱਚ ਵਜ਼ੀਰ ਹਿੰਦ ਪ੍ਰੈਸ ਖੋਲ੍ਹਿਆ। ਇਸ ਪ੍ਰਿੰਟਿੰਗ ਪ੍ਰੈਸ ਦਾ ਆਪਣਾ ਇੱਕ ਇਤਿਹਾਸਕ ਮਹੱਤਵ ਰਿਹਾ ਹੈ। 1893-94 ਵਿੱਚ ਆਪ ਨੇ ਖਾਲਸਾ ਟਰੈਕਟ ਸੁਸਾਇਟੀ ਦੀ ਨੀਂਹ ਰੱਖੀ, ਜਿਸ ਨੇ ਗੁਰਮਤਿ ਗਿਆਨ ਅਤੇ ਗੁਰੂ ਇਤਿਹਾਸ ਦੇ ਖੇਤਰ ਵਿੱਚ ਬੜੀ ਨਿੱਘਰ ਸੇਵਾ ਕੀਤੀ। ਸੁਸਾਇਟੀ ਵੱਲੋਂ ਪ੍ਰਕਾਸ਼ਿਤ 1300 ਟਰੈਕਟਾਂ ਵਿੱਚੋਂ ਲਗਭਗ 1000 ਟਰੈਕਟ ਆਪ ਦੀ ਰਚਨਾ ਸਨ। 1899 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਵਾਲੇ ਦਿਹਾੜੇ ਆਪ ਨੇ ਇੱਕ ਸਪਤਾਹਿਕ ਅਖਬਾਰ ਖਾਲਸਾ ਸਮਾਚਾਰ ਆਰੰਭ ਕੀਤਾ। ਚੀਫ ਖਾਲਸਾ ਦੀਵਾਨ ਦੀ ਸਥਾਪਨਾ 1901 ਵਿੱਚ ਆਪ ਦਾ ਵਿਸ਼ੇਸ਼ ਯੋਗਦਾਨ ਰਿਹਾ। ਭਾਈ ਵੀਰ ਸਿੰਘ ਨੇ 1905 ਵਿੱਚ ਆਪਣਾ ਪਹਿਲਾ ਮਹਾਂਕਾਵਿ ਸੂਰਤ ਸਿੰਘ ਲਿਖਿਆ। ਇਸ ਮਹਾਂਕਾਵਿ ਵਿੱਚ ਸਮਾਜਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪ੍ਰੇਮੀ ਜੋੜਿਆਂ ਦੀ ਪਰੰਪਰਾਵਾਦੀ ਪ੍ਰੀਤ ਨੂੰ ਤਿਆਗ ਕੇ ਉਸਨੇ ਵਿਧਵਾ ਪਤਨੀ ਦੇ ਪਤੀ ਪ੍ਰੇਮ ਅਤੇ ਬਿਰਹਾ ਵਿਲਕਣੀ ਨੂੰ ਕਾਵਿ ਦਾ ਵਿਸ਼ਾ ਬਣਾਇਆ। ਇਸ ਕਾਵਿ ਸੰਗ੍ਰਹਿ ਵਿੱਚ ਭਾਈ ਵੀਰ ਸਿੰਘ ਨੇ ਜਿਸ ਤਰ੍ਹਾਂ ਪਿੱਛੇ ਕਿੱਸੇ ਕਾਵਿ ਲਿਖੇ ਆ ਰਹੇ ਸੀ ਵੀ ਪ੍ਰੇਮੀ ਜੋੜਿਆਂ ਦੀ ਪ੍ਰੇਮ ਕਹਾਣੀ, ਉਹਦੇ ਉਲਟ ਭਾਈ ਵੀਰ ਸਿੰਘ ਨੇ ਪ੍ਰੇਮ ਵਿਛੋੜੇ ਵਿੱਚ ਵਿਲਕਦੀ ਇੱਕ ਵਿਧਵਾ ਔਰਤ ਦੀ ਹਾਲਤ ਨੂੰ ਆਧਾਰ ਬਣਾਇਆ। ਉਸ ਨੂੰ ਅਧਿਆਤਮਿਕ ਰੰਗਣ ਦੇ ਕੇ ਗੁਰਮਤਿ ਆਦਰਸ਼ਾਂ ਦੀ ਵਿਆਖਿਆ ਲਈ ਧਾਰਮਿਕ ਤੌਰ 'ਤੇ ਮਾਧਿਅਮ ਦੇ ਤੌਰ 'ਤੇ ਵਿਅਕਤ ਕੀਤਾ। ਸੋ ਵਿਦਿਆਰਥੀਓ ਅਸੀਂ ਜਾਣੂ ਹਾਂ ਕਿ ਉਸ ਸਮੇਂ ਵੱਖ-ਵੱਖ ਧਰਮਾਂ ਦੇ ਪ੍ਰਚਾਰਕ ਆਪਣਾ ਧਰਮ ਪ੍ਰਚਾਰ ਕਰ ਰਹੇ ਸਨ, ਧਰਮ ਦਾ ਪ੍ਰਚਾਰ ਕਰ ਰਹੇ ਸਨ। ਇੱਕ ਪਾਸੇ ਈਸਾਈ ਮਿਸ਼ਨਰੀ, ਇੱਕ ਪਾਸੇ ਆਰੀਆ ਸਮਾਜੀ ਲਹਿਰ ਅਤੇ ਦੂਜੇ ਪਾਸੇ ਸਿੰਘ ਸਭਾ ਲਹਿਰ। ਅੱਛਾ, ਇਸ ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਭਾਈ ਵੀਰ ਸਿੰਘ ਨੇ ਅਜਿਹੀਆਂ ਰਚਨਾਵਾਂ ਰਚੀਆਂ ਜਿਨ੍ਹਾਂ ਵਿੱਚ ਉਹਨਾਂ ਨੇ ਗੁਰਮਤਿ ਵਿਚਾਰਧਾਰਾ ਨੂੰ ਉੱਤਮ ਦਿਖਾਉਣ ਦਾ ਯਤਨ ਕੀਤਾ, ਜੋ ਉਹਨਾਂ ਦੀ ਕਵਿਤਾ ਵਿੱਚ ਸਾਨੂੰ ਸਾਫ਼ ਤੌਰ 'ਤੇ ਦਿਖਾਈ ਦਿੰਦਾ ਹੈ। ਉਹਨਾਂ ਦੇ ਪ੍ਰਮੁੱਖ ਕਾਵਿ ਸੰਗ੍ਰਹਿ ਹੁਲਾਰੇ, ਬਿਜਲੀਆਂ ਦੇ ਹਾਰ, ਪ੍ਰੀਤ ਵੀਣਾ, ਕੰਤ ਸਹੇਲੀ, ਕੰਬ ਦੀ ਕਲਾਈ, ਮੇਰੇ ਸਾਈਆਂ ਜੀਓ ਆਦਿ ਹਨ। ਉਹਨਾਂ ਦੀ ਕਵਿਤਾ ਦੇ ਪ੍ਰਮੁੱਖ ਵਿਸ਼ੇ ਅਧਿਆਤਮਵਾਦੀ, ਗੁਰਮਤਿ ਵਿਚਾਰਧਾਰਾ, ਰਹੱਸਵਾਦ, ਪ੍ਰਕਿਰਤੀ ਚਿੱਤਰਨ, ਖੇੜਾ ਆਦਿ ਹਨ। ਸੋ ਵਿਦਿਆਰਥੀਓ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਵੀ ਉਹਨਾਂ ਦੀ ਜਿਹੜੀ ਕਵਿਤਾ ਆ ਨਾ ਉਹ ਰੂਪ ਜਾਂ ਆਪਾਂ ਕਹਿ ਦਈਏ ਰੂਪ ਤਾਂ ਕਵਿਤਾ ਦਾ ਰੂਪਕੀ ਪੱਖ ਜਾਂ ਰੂਪ ਤਾਂ ਆਧੁਨਿਕ ਸੀ, ਪਰ ਜਿਹੜੀ ਉਹਦੀ ਵਿਚਾਰਧਾਰਾ ਸੀ ਉਹ ਮੱਧਕਾਲੀ ਪ੍ਰਭਾਵ ਅਧੀਨ ਸੀ। ਭਾਵੇਂ ਉਸ ਪ੍ਰਭਾਵ ਤੋਂ ਕਾਫੀ ਹੱਦ ਤੱਕ ਉਹ ਅਗਾਂਹ ਆਉਣ ਦਾ ਯਤਨ ਕਰਦੀ ਹੈ। ਭਾਈ ਸਾਹਿਬ ਦੀਆਂ ਕੁਝ ਰਚਨਾਵਾਂ ਦੇ ਨਾਮ ਇਸ ਪ੍ਰਕਾਰ ਹਨ। ਲਹਿਰਾਂ ਦੇ ਹਾਰ ਮਟਕ ਪੰਜਾਬੀ ਵਿੱਚ, ਮਟਕ ਹੁਲਾਰੇ ਪੰਜਾਬੀ ਵਿੱਚ ਨਿੱਕੀ ਸਰੋਦੀ ਕਵਿਤਾ ਦੀ ਬਿਰਤ।
ਵਿਸ਼ੇ ਦੀ ਮਹਾਨਤਾ ਕਰਕੇ ਉਸ ਨੂੰ ਨਿੱਕੀਆਂ ਕਵਿਤਾਵਾਂ ਦੇ ਵੱਡੇ ਕਵੀ ਹੋਣ ਦਾ ਮਾਣ ਪ੍ਰਾਪਤ ਹੈ। ਪ੍ਰਕਿਰਤੀ ਦਾ ਮਾਨਵੀਕਰਨ ਉਹਨਾਂ ਦੀ ਕਵਿਤਾ ਦਾ ਵਿਸ਼ੇਸ਼ ਗੁਣ ਜਾਂ ਖਾਸਾ ਹੈ। ਪ੍ਰਕਿਰਤੀ ਦੇ ਮਾਨਵੀਕਰਨ ਦੁਆਰਾ ਉਸਨੇ ਮਾਨਵੀ ਜਜ਼ਬਿਆਂ ਨੂੰ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ ਹੈ। ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪ ਟੁਰ ਜਾਣ ਦੀ, ਹਾਂ ਪੂਰੀ ਹੁੰਦੀ ਨਾ ਹੀ ਮੈਂ ਤਰਲੇ ਲੈ ਰਿਹਾ। ਇਸ ਤੋਂ ਅਗਲਾ ਕਵੀ ਲਾਲਾ ਕਿਰਪਾ ਸਾਗਰ ਹੈ। ਲਾਲਾ ਕਿਰਪਾ ਸਾਗਰ ਦਾ ਸਮਾਂ 1875 ਤੋਂ 1939 ਈਸਵੀ ਤੱਕ ਦਾ ਹੈ। ਲਾਲਾ ਕਿਰਪਾ ਸਾਗਰ ਦੀ ਪ੍ਰਮੁੱਖ ਰਚਨਾ ਲਕਸ਼ਮੀ ਦੇਵੀ ਨਾਮ ਦਾ ਮਹਾਂਕਾਵਿ ਹੈ। ਇਹ ਰਚਨਾ ਸਰ ਵਾਲਟਰ ਸਕਾਟ ਦੀ ਪੁਸਤਕ ਦੀ ਲੇਡੀ ਆਫ ਦੀ ਲੇਕ ਦੇ ਆਧਾਰ 'ਤੇ ਰਚੀ ਗਈ। ਕਵੀ ਨੇ ਇਸ ਰਚਨਾ ਨੂੰ ਪ੍ਰਮਾਣਿਕ ਬਣਾਉਣ ਲਈ ਮਹਾਰਾਜਾ ਰਣਜੀਤ ਸਿੰਘ ਦੇ ਚਰਿੱਤਰ ਨੂੰ ਵੀ ਇਸ ਰਚਨਾ ਦੇ ਸੰਗਠਨ ਦਾ ਇੱਕ ਪਸਾਰ ਬਣਾਇਆ। ਕਵੀ ਦਾ ਬਿਆਨ ਢੰਗ ਬੜਾ ਵਿਅੰਗ ਭਰਪੂਰ, ਨਾਟਕੀ ਅਤੇ ਅਲੰਕਾਰਕ ਹੈ। ਇਸ ਦਾ ਪ੍ਰਮਾਣ ਨਿਮਨ ਦੇਖ ਸਕਦੇ ਹਾਂ। ਅੱਡੀ ਚੱਪੇ ਲਾਂਦਿਆਂ ਚੁੰਨੀ ਸਿਰੋਂ ਅਲੱਗ, ਪੂਰਨਿਮਾ ਦਾ ਚੰਨ ਜਿਉਂ ਚੜ੍ਹਿਆ ਵੇਖੇ ਜਗ, ਰਿਸ਼ਮਾ ਨਿਕਲਣ ਚਿਹਰਿਓਂ ਮਾਤ ਹੋਇਆ ਕੋਹਤੂਰ, ਚੰਚਲ ਨੈਣ ਕਟਾਰੀਆਂ ਫਿਰ ਵੀ ਸ਼ਰਮ ਹਜ਼ੂਰ, ਗੱਲ੍ਹਾਂ ਉੱਤੇ ਲਾਲੀਆਂ ਜੀਕਣ ਸੇ ਕਸ਼ਮੀਰ, ਮੁਖੜਾ ਫੁੱਲ ਗੁਲਾਬ ਦਾ ਕੂਲਾ ਚੁਸਤ ਸਰੀਰ। ਲਕਸ਼ਮੀ ਦੇਵੀ ਤੋਂ ਬਿਨਾਂ ਕਿਰਪਾ ਸਾਗਰ ਨੇ ਇੱਕ ਕਾਵਿ ਸੰਗ੍ਰਹਿ ਮਨ ਤਰੰਗ 1927 ਵਿੱਚ ਲਿਖਿਆ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਦੇਸ਼ ਪਿਆਰ ਅਤੇ ਪ੍ਰਕਿਰਤੀ ਦੇ ਆਲੇ ਦੁਆਲੇ ਘੁੰਮਦੀਆਂ ਹਨ। ਪਰ ਇਸ ਰਚਨਾ ਦੀ ਤੁਲਨਾ ਵਿੱਚ ਲਕਸ਼ਮੀ ਦੇਵੀ ਨੂੰ ਬਹੁਤ ਪ੍ਰਸਿੱਧੀ ਪ੍ਰਾਪਤ ਹੋਈ ਅਤੇ ਇਸ ਪੁਸਤਕ ਲਈ ਉਸ ਨੂੰ ਪੰਜਾਬ ਟੈਕਸਟ ਬੁੱਕ ਕਮੇਟੀ ਵੱਲੋਂ ਇੱਕ ਪੁਰਸਕਾਰ ਵੀ ਪ੍ਰਾਪਤ ਹੋਇਆ। ਲਾਲਾ ਧਨੀ ਰਾਮ ਚਾਤ੍ਰਿਕ 1876 ਤੋਂ 1954 ਤੱਕ ਦਾ ਸਮਾਂ ਰਿਹਾ ਇਸ ਕਵੀ ਦਾ। ਧਨੀ ਰਾਮ ਚਾਤ੍ਰਿਕ ਦਾ ਜਨਮ ਪਿੰਡ ਪੱਸੀਆਂ, ਜ਼ਿਲ੍ਹਾ ਸਿਆਲਕੋਟ ਵਿੱਚ ਲਾਲਾ ਪੂਹੂ ਮਲ ਦੇ ਗ੍ਰਹਿ ਵਿਖੇ ਹੋਇਆ। 5-7 ਜਮਾਤਾਂ ਪੜ੍ਹਨ ਪਿੱਛੋਂ ਉਹ ਅੰਮ੍ਰਿਤਸਰ ਆ ਗਿਆ ਅਤੇ ਭਾਈ ਵੀਰ ਸਿੰਘ ਦੇ ਵਜ਼ੀਰ ਹਿੰਦ ਪ੍ਰੈਸ ਵਿੱਚ ਨੌਕਰੀ ਕਰਨ ਲੱਗ ਪਿਆ। ਭਾਈ ਸਾਹਿਬ ਦੀਆਂ ਕਵਿਤਾਵਾਂ ਤੋਂ ਪ੍ਰੇਰਨਾ ਲੈ ਕੇ ਕਵਿਤਾ ਲਿਖਣ ਦੀ ਰੁਚੀ ਪੈਦਾ ਹੋ ਗਈ ਅਤੇ ਹਿੰਦੂ ਧਰਮ ਦੇ ਮਿਥਿਹਾਸਕ ਅਤੇ ਪੌਰਾਣਿਕ ਵਿਰਸੇ ਨੂੰ ਕਲਮਬੱਧ ਕੀਤਾ। ਇਸ ਪ੍ਰਸੰਗ ਵਿੱਚ ਭਰਤਰੀ ਹਰੀ 1905, ਨਲ ਦਮਯੰਤੀ 1906 ਆਦਿ ਪੁਸਤਕ ਆਦਿ ਬਿਰਤਾਂਤਕ ਰਚਨਾਵਾਂ ਛਪੀਆਂ। ਇਸ ਪਿੱਛੋਂ ਚਾਤ੍ਰਿਕ ਨੇ ਆਧੁਨਿਕ ਕਵਿਤਾ ਲਿਖਣੀ ਸ਼ੁਰੂ ਕੀਤੀ ਅਤੇ ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ, ਸੂਫੀਖਾਨਾ ਆਦਿ ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ। ਧਨੀ ਰਾਮ ਚਾਤ੍ਰਿਕ ਨੇ ਆਪਣੀ ਕਵਿਤਾ ਵਿੱਚ ਪੰਜਾਬੀ ਜੀਵਨ, ਰਹਿਣੀ ਬਹਿਣੀ, ਰਹੁ ਰੀਤਾਂ, ਸੱਭਿਆਚਾਰਕ ਮੇਲੇ, ਤਿੱਥ ਤਿਉਹਾਰ, ਕੁਦਰਤੀ ਨਜ਼ਾਰੇ, ਨਦੀਆਂ ਨਾਲੇ, ਖੇਤ ਕਿਸਾਨ ਕਾਮੇ ਆਦਿਕ ਪੰਜਾਬੀ ਜਨ ਜੀਵਨ ਦੇ ਹਰ ਪੱਖ ਦੇ ਧਰਾਤਲ ਨੂੰ ਬੜੀ ਕੁਸ਼ਲਤਾ ਅਤੇ ਭਾਵੁਕਤਾ ਨਾਲ ਬਿਆਨ ਕੀਤਾ ਹੈ। ਇਸ ਲਈ ਚਾਤ੍ਰਿਕ ਨੂੰ ਪੰਜਾਬੀ ਦੀ ਬਿਆਨੀਆ ਕਾਵਿਧਾਰਾ ਦਾ ਸ਼੍ਰੋਮਣੀ ਕਵੀ ਕਿਹਾ ਜਾਂਦਾ ਹੈ। ਵਾਰਸ ਵਾਂਗ ਚਾਤ੍ਰਿਕ ਨੇ ਪੰਜਾਬੀ ਬੋਲੀ ਦੇ ਠੇਠ ਮੁਹਾਵਰੇ ਨੂੰ ਵਰਤਿਆ ਅਤੇ ਪੰਜਾਬ ਦੇ ਪੇਂਡੂ ਜੀਵਨ ਨੂੰ ਸਫਲਤਾ ਨਾਲ ਚਿਤਰਿਆ ਹੈ। ਦੇਖੋ, ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਪੱਗ ਚਿੱਟਾ ਚਾਦਰਾ ਨਵੇਂ ਸਮਾਏ ਕੇ, ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਏ ਕੇ, ਕੱਛੇ ਮਾਰ ਵੰਝਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਇਸ ਤੋਂ ਅਗਲਾ ਕਵੀ ਹੈ ਚਰਨ ਸਿੰਘ ਸ਼ਹੀਦ। ਚਰਨ ਸਿੰਘ ਸ਼ਹੀਦ ਦਾ ਸਮਾਂ 1891 ਤੋਂ 1935 ਤੱਕ ਦਾ ਹੈ। ਚਰਨ ਸਿੰਘ ਦਾ ਜਨਮ ਅੰਮ੍ਰਿਤਸਰ ਸ਼ਹਿਰ 'ਚ 1891 ਵਿੱਚ ਹੋਇਆ। ਉਹ ਹਾਸ ਵਿਅੰਗ ਲਿਖਣ ਵਾਲਾ ਇੱਕ ਪ੍ਰਸਿੱਧ ਕਵੀ ਸੀ। ਕੁਝ ਸਮਾਂ ਉਸਨੇ ਖਾਲਸਾ ਸਮਾਚਾਰ ਵਿੱਚ ਪ੍ਰੂਫ ਰੀਡਰ ਅਤੇ ਅਨੁਵਾਦਕ ਦੀ ਨੌਕਰੀ ਕੀਤੀ। 1926 ਵਿੱਚ ਉਸਨੇ ਆਪਣਾ ਇੱਕ ਮਾਸਿਕ ਪੱਤਰ ਮੌਜੀ ਜਾਰੀ ਕੀਤਾ, ਜਿਸ ਵਿੱਚ ਹਾਸ ਵਿਅੰਗ ਦੀਆਂ ਕਵਿਤਾਵਾਂ ਸੁਥਰਾ ਉਪਨਾਮ ਹੇਠ ਪ੍ਰਕਾਸ਼ਿਤ ਹੋਈਆਂ। ਬਾਅਦ ਵਿੱਚ ਇਹ ਕਵਿਤਾਵਾਂ ਬਾਦਸ਼ਾਹੀਆਂ, ਸ਼ਹਿਨਾਈਆਂ, ਬੇਪਰਵਾਹੀਆਂ ਨਾਮ ਦੀਆਂ ਪੁਸਤਕਾਂ ਵਿੱਚ ਸੰਗ੍ਰਹਿਤ ਹੋਈਆਂ। ਚਰਨ ਸਿੰਘ ਸ਼ਹੀਦ ਦੀਆਂ ਕਵਿਤਾਵਾਂ ਵਿੱਚ ਸਮਾਜਿਕ ਕੁਰੀਤੀਆਂ ਅਤੇ ਬੁਰਾਈ ਨੂੰ ਬੜੇ ਵਿਅੰਗਾਤਮਕ ਢੰਗ ਨਾਲ ਪੇਸ਼
ਕੀਤਾ ਗਿਆ ਉਸਦਾ ਇੱਕ ਅੰਦਾਜ਼ ਵੇਖਣਯੋਗ ਹੈ। ਪਾਟੇ ਖਾਂ ਸੀ ਤੁਰਿਆ ਜਾਂਦਾ ਗਰਦਨ ਨੂੰ ਅਕੜਾ ਕੇ, ਉਧਰੋਂ ਨਾਟੂ ਖਾਂ ਵੀ ਆਇਆ ਛਾਤੀ ਫੁਲਾ ਕੇ। ਇੱਕ ਦੀ ਗਰਦਨ ਕੁੱਕੜ ਵਾਂਗੂ ਉੱਚੀ ਸਿੱਧੀ ਅਕੜੀ, ਦੂਜਾ ਸਾਹਨੇ ਵਾਂਗੂ ਜਾਪੇ ਸੁੱਕੀ ਮੁੜੇ ਨਾ ਲੱਕੜੀ। ਸੋ ਚਰਨ ਸਿੰਘ ਸ਼ਹੀਦ ਦੀਆਂ ਕਵਿਤਾਵਾਂ ਹਾਸ ਵਿਅੰਗ ਨਾਲ ਸੰਬੰਧਿਤ ਸਨ। ਅਗਲਾ ਕਵੀ ਮੋਹਨ ਸਿੰਘ ਦੀਵਾਨਾ 1899 ਈਸਵੀ ਤੋਂ 1984 ਤੱਕ ਇਸ ਦਾ ਸਮਾਂ ਰਿਹਾ। ਮੋਹਨ ਸਿੰਘ ਦੀਵਾਨਾ ਦਾ ਜਨਮ ਪਿੰਡ ਦੇਵੀ ਜ਼ਿਲ੍ਹਾ ਰਾਵਲਪਿੰਡੀ ਵਿੱਚ ਮੁਨਸ਼ੀ ਸ਼ੇਰ ਸਿੰਘ ਦੇ ਘਰ ਹੋਇਆ। ਉਸਨੇ 1924 ਵਿੱਚ ਅੰਗਰੇਜ਼ੀ ਸਾਹਿਤ ਦੀ MA ਕੀਤੀ ਅਤੇ ਫਿਰ ਰੁਜ਼ਗਾਰ ਪ੍ਰਾਪਤੀ ਲਈ ਬਸਰੇ, ਸਿੰਧ, ਬਰਮਾ ਅਤੇ ਬੰਗਾਲ 'ਚ ਚੱਕਰ ਕੱਟੇ। 1928 ਈਸਵੀ ਵਿੱਚ ਉਹ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਪੰਜਾਬੀ ਦਾ ਅਧਿਆਪਕ ਨਿਯੁਕਤ ਹੋ ਗਿਆ। ਇਸੇ ਦੌਰਾਨ ਉਸਨੇ ਉਰਦੂ ਸਾਹਿਤ ਬਾਰੇ ਇੱਕ ਥੀਸਿਸ ਲਿਖ ਕੇ ਕਲਕੱਤਾ ਯੂਨੀਵਰਸਿਟੀ ਤੋਂ PhD ਦੀ ਡਿਗਰੀ ਵੀ ਹਾਸਲ ਕਰ ਲਈ। ਇਸ ਪਿੱਛੋਂ ਪੰਜਾਬੀ ਸਾਹਿਤ ਦਾ ਇਤਿਹਾਸ ਵਿਸ਼ੇ 'ਤੇ ਖੋਜ ਕਰਕੇ ਪੰਜਾਬ ਯੂਨੀਵਰਸਿਟੀ ਤੋਂ D.Litt ਦੀ ਡਿਗਰੀ ਪ੍ਰਾਪਤ ਕੀਤੀ। 1959 ਵਿੱਚ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋ ਗਿਆ। ਡਾਕਟਰ ਮੋਹਨ ਸਿੰਘ ਮਸਤੀ, ਸੂਫੀ ਅਨੁਭਵ ਅਤੇ ਬੌਧਿਕ ਵਿਅੰਗ ਦਾ ਕਵੀ ਹੈ। ਉਸ ਦਾ ਪਹਿਲਾ ਕਾਵਿ ਸੰਗ੍ਰਹਿ ਧੁੱਪ ਛਾਂ 1931 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਇਸ ਤੋਂ ਪਿੱਛੋਂ ਨੀਲ ਧਾਰਾ 1935, ਜਗਤ ਤਮਾਸ਼ਾ 1942, ਪਤਝੜ 1944, ਮਸਤੀ 1949, ਸੋਮਰਸ 1953 ਆਦਿਕ ਕਾਵਿ ਪੁਸਤਕਾਂ ਛਪੀਆਂ। ਮਸਤੀ ਵਿੱਚੋਂ ਉਸ ਦੀਆਂ 700 ਰੁਬਾਈਆਂ ਸੰਗ੍ਰਹਿਤ ਹਨ। ਇਹਨਾਂ ਰੁਬਾਈਆਂ ਦੀ ਵਜ੍ਹਾ ਨਾਲ ਡਾਕਟਰ ਮੋਹਨ ਸਿੰਘ ਦੀ ਇੱਕ ਕਵੀ ਵਜੋਂ ਕਾਫੀ ਪ੍ਰਸਿੱਧੀ ਹੋਈ। ਉਸ ਦੀ ਇੱਕ ਰੁਬਾਈ ਵਿੱਚ ਵਿਅੰਗ ਦਾ ਪ੍ਰਯੋਗ ਵੇਖੋ। ਕੋਈ ਕਹਿੰਦਾ ਉੱਡ ਅਸਮਾਨੀ, ਕੋਈ ਕਹਿੰਦਾ ਭੌਰੇ ਵੜ, ਕੋਈ ਕਹਿੰਦਾ ਮੋਤੀ ਲੱਭ ਤੇ ਕੋਈ ਕਹਿੰਦਾ ਚਿੜੀਆਂ ਫੜ, ਕੋਈ ਕਹਿੰਦਾ ਹੱਡ ਭੰਨਾ ਲੈ, ਕੋਈ ਛਮਕਾਂ ਲਾ ਤੜ ਤੜ, ਬਾਬਾ ਆਖੇ ਖੱਚਰ ਬਣ ਜਾ, ਜਿੱਥੇ ਚਾਹੇ ਖਲੋ ਜਾ ਅੜ। ਡਾਕਟਰ ਮੋਹਨ ਸਿੰਘ ਅਨੁਭਵ ਦੀ ਮੌਲਿਕਤਾ ਅਤੇ ਵਿਸ਼ੇ ਵਸਤੂ ਦੀ ਪ੍ਰਯੋਗਸ਼ੀਲਤਾ ਉੱਤੇ ਬਲ ਦਿੰਦਾ ਹੈ। ਉਸ ਦੀ ਕਵਿਤਾ ਵਿੱਚ ਕਿਧਰੇ ਕਿਧਰੇ ਸੂਫੀਆਂ ਵਾਲੀ ਹਿੰਦੀ ਅਤੇ ਸ਼ੋਖੀ ਵੀ ਦੇਖੀ ਜਾ ਸਕਦੀ ਹੈ। ਕਵੀ ਦੀ ਲਿਖਤ ਦੀ ਇੱਕ ਉਦਾਹਰਨ ਦੇਖੀ ਜਾ ਸਕਦੀ ਹੈ। ਜਾਣਦਾ ਹਾਂ ਮੈਂ ਤੂੰ ਵੀ ਰੱਬਾ ਮੇਰੇ ਵਾਂਗ ਇੱਕ ਆਸ਼ਿਕ ਹੈ, ਪ੍ਰੀਤਮਾ ਤੇਰੀ ਸੁੰਦਰ ਹੱਦੋਂ ਬਾਹਰ, ਜ਼ੁਲਫਾਂ ਰਾਤ ਸਿਤਾਰੇ ਜੜੀਆਂ, ਭਖ ਭਖ ਕਰਦੀਆਂ ਗੱਲਾਂ ਦਿਨ ਹੈ, ਸਿਖਰ ਦੁਪਹਿਰ ਜ਼ਬਾਨੀ ਉੱਡਦੀ ਪਰਬਤ ਸੀਨੇ, ਨਦੀਆਂ ਤੇ ਨਦੀਆਂ ਚਾਂਦੀ ਰੰਗੀਆਂ ਨਾੜੀਆਂ। ਦੀਵਾਨ ਸਿੰਘ ਕਾਲੇ ਪਾਣੀ ਅਗਲਾ ਕਵੀ ਹੈ ਵਿਦਿਆਰਥੀਓ। ਦੀਵਾਨ ਸਿੰਘ ਕਾਲੇ ਪਾਣੀ 1894 ਤੋਂ 1944। ਦੀਵਾਨ ਸਿੰਘ ਕਾਲੇ ਪਾਣੀ ਦਾ ਜਨਮ ਗੁਰੂ ਕੀਆਂ ਗਲੋਟੀਆਂ ਜ਼ਿਲ੍ਹਾ ਸਿਆਲਕੋਟ ਵਿੱਚ ਸਰਦਾਰ ਸੁੰਦਰ ਸਿੰਘ ਦੇ ਘਰ ਹੋਇਆ। ਉਸਨੇ 1919 ਈਸਵੀ ਵਿੱਚ ਮੈਡੀਕਲ ਕਾਲਜ ਆਗਰਾ ਤੋਂ ਡਾਕਟਰੀ ਦੀ ਪੜ੍ਹਾਈ ਮੁਕੰਮਲ ਕੀਤੀ। ਉਸਨੇ ਇੱਕ ਸਰਕਾਰੀ ਡਾਕਟਰ ਵਜੋਂ ਸੇਵਾ ਕਰਦੇ ਹੋਏ ਆਪਣੀ ਬਹੁਤੀ ਉਮਰ ਅੰਡੇਮਾਨ ਟਾਪੂਆਂ ਵਿੱਚ ਬਤੀਤ ਕੀਤੀ। ਉਸਨੇ ਆਪਣੀ ਜਵਾਨੀ ਵਿੱਚ ਖੱਦਰ ਪਹਿਨਣਾ ਸ਼ੁਰੂ ਕਰ ਦਿੱਤਾ ਸੀ ਅਤੇ 1920 ਈਸਵੀ ਵਿੱਚ ਸਰਕਾਰੀ ਨੌਕਰੀ ਕਰਦਿਆਂ ਨਾ ਮਿਲਵਰਤਨ ਦੀ ਲਹਿਰ ਵਿੱਚ ਵੀ ਹਿੱਸਾ ਲਿਆ। ਡਾਕਟਰ ਦੀਵਾਨ ਸਿੰਘ ਵਿਗਿਆਨਕ ਦ੍ਰਿਸ਼ਟੀਕੋਣ ਦਾ ਧਾਰਨੀ ਸੀ। ਉਹ ਧਾਰਮਿਕ ਰਹੁ ਰੀਤਾਂ, ਵਿਖਾਵੇ ਅਤੇ ਪਾਖੰਡ ਵਿੱਚ ਯਕੀਨ ਨਹੀਂ ਸੀ ਰੱਖਦਾ। ਉਸ ਦਾ ਜੀਵਨ ਅਨੁਭਵ ਬੜਾ ਨਰੋਆ ਅਤੇ ਵਿਸ਼ਾਲ ਸੀ। ਉਹ ਸਭਿਅਤਾਵਾਂ ਦੇ ਅਤੇ ਫਲਸਫੇ ਦੀ ਦਵੰਦਾਤਮਕਤਾ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦਾ ਸੀ। ਉਸਨੇ
ਵੀ ਪੂਰਨ ਸਿੰਘ ਵਾਂਗ ਛੰਦ ਮੁਕਤ ਜਾਂ ਖੁੱਲ੍ਹੀ ਕਵਿਤਾ ਲਿਖੀ। ਉਸ ਦੀ ਕਵਿਤਾ ਦੇ ਵਿਸ਼ੇ ਪੂਰੇ ਬ੍ਰਹਿਮੰਡ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨਾਲ ਸੰਬੰਧਿਤ ਸਨ। ਡਾਕਟਰ ਦੀਵਾਨ ਸਿੰਘ ਦਾ ਪਹਿਲਾ ਕਾਵਿ ਸੰਗ੍ਰਹਿ ਵਗਦੇ ਪਾਣੀ 1938 ਵਿੱਚ ਪ੍ਰਕਾਸ਼ਿਤ ਹੋਇਆ। ਦੂਜਾ ਸੰਗ੍ਰਹਿ ਅੰਤਿਮ ਲਹਿਰਾਂ ਆਪ ਦੀ ਸ਼ਹੀਦੀ ਮਗਰੋਂ 1962 ਵਿੱਚ ਪ੍ਰਕਾਸ਼ਿਤ ਹੋਇਆ। ਤੀਜਾ ਕਾਵਿ ਸੰਗ੍ਰਹਿ ਮਲ੍ਹਿਆਂ ਦੇ ਬੇਰ 1986 ਵਿੱਚ ਪ੍ਰਕਾਸ਼ਿਤ ਹੋਇਆ। 1944 ਈਸਵੀ ਵਿੱਚ ਅੰਡੇਮਾਨ ਟਾਪੂਆਂ ਉੱਤੇ ਜਾਪਾਨੀ ਫੌਜ ਦਾ ਕਬਜ਼ਾ ਹੋਣ ਪਿੱਛੋਂ ਉਸ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਉਹ ਇੱਕ ਚੇਤਨ ਅਤੇ ਮਾਨਵਵਾਦੀ ਕਵੀ ਸੀ। ਉਸ ਦੀ ਕਵਿਤਾ ਦਾ ਰੰਗ ਬੜਾ ਵਿਲੱਖਣ ਸੀ। ਦੇਖੋ, ਫਲਸਫੇ ਦੇ ਜਾਲ, ਇਮਤਿਹਾਨਾਂ ਦੇ ਗੋਰਖਧੰਦੇ, ਮਜ਼ਹਬਾਂ ਦੇ ਪਿੰਜਰੇ, ਸਲਤਨਤਾਂ ਦੇ ਹੱਦ ਬੰਨੇ, ਨੀਤੀ ਦੇ ਬਸਤੇ, ਸਮਾਜਾਂ ਦੇ ਫਸਤੇ, ਸਭ ਫਨਾ ਫਿਲਾ ਹੋ ਜਾਏਗਾ, ਮੁਸ਼ਕ ਬਾਕੀ ਨਾ ਰਹੇਗਾ, ਸੁਹਾਗਾ ਫਿਰ ਜਾਵੇਗਾ, ਵੱਟਾਂ ਬੰਨੇ ਸਿਆੜ ਵਾੜਾਂ ਪੱਧਰ ਹੋ ਜਾਣਗੇ। ਸੋ ਕਵੀ ਰੂੜੀਵਾਦੀ ਸੋਚ ਦੇ ਵਿਰੋਧ ਬੋਲਦਾ ਹੈ ਅਤੇ ਮਨੁੱਖ ਦੀ ਸਮੁੱਚੀ ਅਤੇ ਸਾਰਥਕ ਹੋਣ ਦਾ ਪੱਖ ਲੈਂਦਾ ਹੈ। ਰੱਬ ਪੂਰਨਤਾ ਰਾਹੀ ਈਸਾ ਨੂੰ ਕਲੰਦਰ ਦਾ ਬਾਂਦਰ ਉਸ ਦੀਆਂ ਹੋਰ ਪ੍ਰਸਿੱਧ ਕਵਿਤਾਵਾਂ ਹਨ। ਉਸ ਦੀ ਕਵਿਤਾ ਦਾ ਪ੍ਰਧਾਨ ਰੰਗ ਮਨੁੱਖਤਾ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਹੋਣੀ ਦੇ ਟਾਕਰੇ ਲਈ ਬਲਵਾਨ ਬਣਾਉਣਾ ਹੈ। ਚਾਹੇ ਘੁੱਟੀ ਵੱਟੀ ਮਨੁੱਖੀ ਜੀਵਨ ਰੌ ਨੂੰ ਉਹ ਵਗਦੇ ਪਾਣੀਆਂ ਵਾਂਗ ਵਹਾ ਕੇ ਸਾਗਰਾਂ ਤੱਕ ਵੜਾਉਣਾ ਲੋਚਦਾ ਹੈ। ਉਹ ਰਾਜ ਲੋਕਾਂ ਦੰਭ ਅਤੇ ਫਰੇਬਾਂ ਦਾ ਖੁੱਲ੍ਹ ਕੇ ਮੌਜੂਦ ਆਉਂਦਾ ਹੈ। ਭਾਵ ਉਹ ਜੋ ਪਖੰਡ ਜਨਤਾ ਵਿੱਚ ਪ੍ਰਚਲਿਤ ਸੀ ਉਸ ਦਾ ਖੁੱਲ੍ਹ ਕੇ ਮਜ਼ਾਕ ਉਡਾਉਂਦਾ ਹੈ ਅਤੇ ਵਿਅੰਗਾਤਮਕ ਟਕੋਰਾਂ ਕਰਦਾ ਹੈ। ਉਹ ਜੀਵਨ ਦੀ ਗਤੀਸ਼ੀਲਤਾ ਦਾ ਚਿੱਤਰ ਖਿੱਚਦਾ ਹੋਇਆ ਲਿਖਦਾ ਹੈ, ਵਗਦੇ ਪਾਣੀ ਵਗਦੇ ਵਗਦੇ ਹੀ ਰਹਿਣ ਕਿ ਵਗਦੇ ਸੌਂਦੇ ਨੇ, ਖੜੋਂਦੇ ਬੁੱਸਦੇ ਨੇ ਅਤੇ ਪਾਣੀ ਵਗਦੇ ਹੀ ਰਹਿਣ। ਭਾਵ ਖੜ੍ਹੇ ਪਾਣੀ ਹਮੇਸ਼ਾ ਬੂ ਮਾਰਨ ਲੱਗ ਜਾਂਦੇ ਹਨ ਅਤੇ ਉਹ ਵਗਦੇ ਹੀ ਰਹਿਣੇ ਚਾਹੀਦੇ ਹਨ। ਇਸੇ ਤਰ੍ਹਾਂ ਅਗਰ ਮਨੁੱਖ ਆਪਣੇ ਉਹੀ ਪਿਛਲੇ ਵਿਚਾਰਾਂ ਜਾਂ ਦਕਿਆਨੁਸੀ ਭਾਵਾਂ ਵਿੱਚ ਫਸਿਆ ਰਹੇਗਾ ਤਾਂ ਉਸ ਦੀ ਹੋਂਦ ਖਤਰੇ ਵਿੱਚ ਆ ਜਾਂਦੀ ਹੈ। ਉਸ ਨੂੰ ਹਮੇਸ਼ਾ ਅੱਗੇ ਅਤੇ ਵਿਗਿਆਨਿਕ ਸੋਚ ਦਾ ਧਾਰਨੀ ਬਣ ਕੇ ਵਧਣਾ ਚਾਹੀਦਾ ਹੈ। ਇਸ ਕਾਲ ਦੇ ਹੋਰ ਪ੍ਰਮੁੱਖ ਕਵੀ ਇਸ ਤਰ੍ਹਾਂ ਹਨ ਜਿਨ੍ਹਾਂ ਨੇ ਸਾਹਿਤਕ ਅਤੇ ਸਟੇਜੀ ਕਵਿਤਾ ਵੀ ਲਿਖੀ। ਇਹਨਾਂ ਕਵੀਆਂ ਵਿੱਚ ਫਿਰੋਜ਼ਦੀਨ ਸ਼ਰਫ, ਗਿਆਨੀ ਹੀਰਾ ਸਿੰਘ ਦਰਦ, ਗੁਰਮੁਖ ਸਿੰਘ ਮੁਸਾਫਿਰ, ਨੰਦ ਲਾਲ ਨੂਰਪੁਰੀ, ਦਰਸ਼ਨ ਸਿੰਘ ਅਵਾਰਾ ਆਦਿ ਸ਼ਾਮਲ ਹੁੰਦੇ ਹਨ। ਸੋ ਵਿਦਿਆਰਥੀਓ, ਆਪਾਂ ਇਸ ਲੈਕਚਰ ਵਿੱਚ ਆਧੁਨਿਕ ਪੰਜਾਬੀ ਕਵਿਤਾ ਦੇ ਇਤਿਹਾਸ ਦੀ ਗੱਲ ਕਰਦਿਆਂ ਹੋਇਆ ਪਹਿਲੇ ਦੌਰ ਦੇ ਕਵੀਆਂ ਸੰਬੰਧੀ ਗੱਲ ਕੀਤੀ। ਹੁਣ ਆਪਾਂ ਅਗਲੇ ਲੈਕਚਰ ਵਿੱਚ ਦੂਜੇ ਅਤੇ ਤੀਜੇ ਦੌਰ ਦੇ ਪ੍ਰਮੁੱਖ ਕਵੀਆਂ ਸੰਬੰਧੀ ਵਿਚਾਰ ਚਰਚਾ ਕਰਾਂਗੇ। ਧੰਨਵਾਦ।